नमस्कार खबरां दे इस बुलेटिन च तुहाडा स्वागत। मैं परविंदर कौर। पहला पेश ने ਝੋਣਵੀਆਂ खबरां। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਵਿੱਚ ਖੇਤੀ ਅਤੇ ਸਹਾਇਕ ਧੰਦਿਆਂ ਲਈ ਕਈ ਯੋਜਨਾਵਾਂ ਦਾ ਐਲਾਨ। ਖੇਤੀ ਸੈਕਟਰ ਅਤੇ ਇਸ ਨਾਲ ਜੁੜੇ ਸਹਾਇਕ ਧੰਦਿਆਂ ਦੀ ਮਜ਼ਬੂਤੀ ਲਈ 1,63,000 ਕਰੋੜ ਰੁਪਏ ਰੱਖੇ ਗਏ ਨੇ। 1 ਲੱਖ ਕਰੋੜ ਰੁਪਏ ਦਾ ਬੁਨਿਆਦੀ ਖੇਤੀ ਢਾਂਚਾ ਸਥਾਪਿਤ ਕੀਤਾ ਜਾਵੇਗਾ। मच्छी पालन ਲਈ 20,000 ਕਰੋੜ ਰੁਪਏ ਦੀ ਲਾਗਤ ਦੀ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਸ਼ੁਰੂ ਕੀਤੀ ਜਾਵੇਗੀ। 2 ਲੱਖ ਮਾਈਕਰੋ ਖੁਰਾਕ ਉਦਮਾਂ ਲਈ 10,000 ਕਰੋੜ ਰੁਪਏ ਤੇ ਮਧੂ ਮੱਖੀ ਪਾਲਣ ਦੇ ਧੰਦੇ ਲਈ 500 ਕਰੋੜ ਰੁਪਏ ਰੱਖੇ ਗਏ। ਫਲਾਂ ਤੇ ਸਬਜ਼ੀਆਂ ਨੂੰ ਆਪਰੇਸ਼ਨ ਗ੍ਰੀਨ ਅਧੀਨ ਲਿਆਉਣ ਲਈ 500 ਕਰੋੜ ਰੁਪਏ ਦੀ ਯੋਜਨਾ। गृह मंत्रालय ने देश के सारे ही सूबਿਆਂ ਨੂੰ ਕਿਹਾ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਰਾਹੀਂ ਉਹਨਾਂ ਦੇ ਪਿਤਰੀ ਸੂਬਿਆਂ 'ਚ ਭੇਜਣ ਦੇ ਕੰਮ ਵਿੱਚ ਤੇਜ਼ੀ ਲਿਆਉਣ। ਗੁਰਦਾਸਪੁਰ 'ਚ ਕੋਵਿਡ-19 ਮਹਾਮਾਰੀ ਨਾਲ ਪੀੜਿਤ 122 ਕਰੋਨਾ ਮਰੀਜ਼ਾਂ ਵਿੱਚੋਂ 116 ਦੀ ਰਿਪੋਰਟ ਨੈਗੇਟਿਵ ਆਉਣ ਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਰੋਪੜ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਮਕਾਨ ਉਸਾਰੀ ਦਾ ਕੰਮ ਮੁੜ ਤੋਂ ਸ਼ੁਰੂ ਹੋਣ ਨਾਲ ਗਰੀਬ ਲੋਕਾਂ 'ਚ ਖੁਸ਼ੀ ਦੀ ਲਹਿਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖੇਤੀ ਸੈਕਟਰ ਅਤੇ ਇਸ ਦੇ ਨਾਲ ਜੁੜੇ ਸਹਾਇਕ ਧੰਦਿਆਂ ਲਈ 1,63,000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਤੀਜੇ ਹਿੱਸੇ ਬਾਰੇ ਕੱਲ੍ਹ ਨਵੀਂ ਦਿੱਲੀ 'ਚ ਲਗਾਤਾਰ ਕੀਤੀ ਗਈ ਤੀਜੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਦਾ ਮੰਤਵ ਖੇਤੀ ਸੈਕਟਰ ਦੇ ਬੁਨਿਆਦੀ ਢਾਂਚੇ, ਲੌਜਿਸਟਿਕ ਅਤੇ ਇਸ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ। उन्होंने दस्सिया कि सरकार किसानां, खेती उत्पादन संगठनां, प्राइमरी सहकारी संगठनां, खेती उद्यमियां, बुनियादी खेती ढांचे ते स्टार्टअप इकाइयां ਲਈ 1 ਲੱਖ ਕਰੋੜ ਰੁਪਏ ਮੁਹੱਈਆ ਕਰਵਾਏਗੀ ਤੇ ਫੰਡ ਜਲਦੀ ਹੀ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਪਸ਼ੂਆਂ ਦੇ ਟੀਕਾਕਰਨ, ਡੇਅਰੀ ਖੇਤਰ ਦੇ ਵਿਕਾਸ, ਹਰਬਲ ਖੇਤੀ, ਮਧੂ ਮੱਖੀ ਪਾਲਣ ਅਤੇ ਫਲਾਂ ਤੇ ਸਬਜ਼ੀਆਂ ਲਈ ਯੋਜਨਾਵਾਂ ਦਾ ਵੀ ਐਲਾਨ ਕੀਤਾ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਮਾਈਕਰੋ ਖੁਰਾਕ ਉਦਮਾਂ ਲਈ 10,000 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ योजना नाल 2 ਲੱਖ ਮਾਈਕਰੋ ਖੁਰਾਕ ਉਦਮੀਆਂ ਨੂੰ ਲਾਭ ਹੋਵੇਗਾ। I'll be announcing 11 measures and from among them 8 of them relate to strengthening infrastructure, strengthening capacities, building better logistics and so on. So 8 of the 11 relate to such things where government allocates money, activities will be undertaken in such a way that very quickly we can ramp up on storage capacities, logistics and so on. ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਮਾਈਕਰੋ ਖੁਰਾਕ ਉਦਮਾਂ ਲਈ 10,000 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਯੋਜਨਾ ਨਾਲ 2 ਲੱਖ ਮਾਈਕਰੋ ਖੁਰਾਕ ਉਦਮਾਂ ਨੂੰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਸ਼ੁਰੂ ਕਰੇਗੀ ਤੇ ਇਸ ਮੰਤਵ ਲਈ 20,000 ਕਰੋੜ ਰੁਪਏ ਦੇ ਫੰਡ ਦੀ ਤਜਵੀਜ਼ ਕੀਤੀ ਗਈ ਹੈ। ਸੀਤਾਰਮਨ ਨੇ ਦੱਸਿਆ ਕਿ ਪਸ਼ੂਆਂ ਦੇ ਟੀਕਾਕਰਨ ਲਈ 13,343 ਕਰੋੜ ਰੁਪਏ ਦਾ ਫੰਡ ਬਣਾਇਆ ਗਿਆ ਹੈ ਅਤੇ ਡੇਅਰੀ ਵਿਕਾਸ ਲਈ 15,000 ਕਰੋੜ ਰੁਪਏ ਦਾ ਬੁਨਿਆਦੀ ਪਸ਼ੂ ਪਾਲਣ ਢਾਂਚਾ ਫੰਡ ਸਥਾਪਿਤ ਕੀਤਾ ਜਾਵੇਗਾ। ਅਨੁਰਾਗ ਠਾਕੁਰ ਨੇ ਦੱਸਿਆ ਕਿ ਹਰਬਲ ਖੇਤੀ ਨੂੰ ਉਤਸ਼ਾਹਿਤ ਕਰਨ ਲਈ 4,000 ਕਰੋੜ ਰੁਪਏ ਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਧੂ ਮੱਖੀ ਪਾਲਣ ਲਈ 500 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ ਤੇ ਇਸ ਨਾਲ 2 ਲੱਖ ਮਧੂ ਮੱਖੀ ਪਾਲਕਾਂ ਨੂੰ ਫਾਇਦਾ ਹੋਵੇਗਾ। ਸਰਕਾਰ ਨੇ ਫਲਾਂ ਤੇ ਸਬਜ਼ੀਆਂ ਨੂੰ ਆਪਰੇਸ਼ਨ ਗ੍ਰੀਨ ਯੋਜਨਾ ਅਧੀਨ ਲਿਆਉਣ ਦਾ ਵੀ ਐਲਾਨ ਕੀਤਾ ਤੇ ਕਿਹਾ ਕਿ ਟਮਾਟਰ, ਪਿਆਜ਼ ਅਤੇ ਆਲੂ ਦੀਆਂ ਫਸਲਾਂ ਤੋਂ ਇਲਾਵਾ ਹੋਰ ਸਬਜ਼ੀਆਂ ਤੇ ਫਲਾਂ ਨੂੰ ਵੀ ਇਸ ਯੋਜਨਾ ਅਧੀਨ ਲਿਆਂਦਾ ਜਾਵੇਗਾ ਤੇ ਇਸ ਮੰਤਵ ਲਈ 500 ਕਰੋੜ ਰੁਪਏ ਦੀ ਵਾਧੂ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਅਨੁਰਾਗ ਠਾਕੁਰ ਨੇ ਦੱਸਿਆ ਕਿ ਲਾਕਡਾਊਨ ਦੇ 2 ਮਹੀਨੇ ਦੇ ਸਮੇਂ ਦੌਰਾਨ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਕਈ ਕਦਮ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ 74,300 ਕਰੋੜ ਰੁਪਏ ਖਰਚ ਕੀਤੇ ਗਏ ਨੇ ਤੇ ਇਹ ਪੈਸਾ ਸਿੱਧਾ ਕਿਸਾਨਾਂ ਨੂੰ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 18,700 ਕਰੋੜ ਰੁਪਏ ਪਿਛਲੇ 2 ਮਹੀਨਿਆਂ ਦੌਰਾਨ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਪਾਏ ਗਏ ਨੇ। ਫਸਲ ਬੀਮਾ ਯੋਜਨਾ ਅਧੀਨ ਕਿਸਾਨਾਂ ਨੂੰ 6,400 ਕਰੋੜ ਰੁਪਏ ਮਿਲੇ ਨੇ। Particularly additional steps that we have taken where the minimum support price purchases to an extent of 74,300 crores had taken place during the lockdown. 74,300 crores of purchases based on minimum support price happened during the lockdown, and also 18,700 crores have been transferred to the accounts of
farmers directly into their accounts under the scheme PM Kisan Samman, and that is only during the 2 months. ਗ੍ਰਹਿ ਮੰਤਰਾਲਾ ਨੇ ਦੇਸ਼ ਦੇ ਸਾਰੇ ਹੀ ਸੂਬਿਆਂ ਨੂੰ ਕਿਹਾ ਕਿ ਉਹ ਆਪਣੇ ਸੂਬਿਆਂ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਰਾਹੀਂ ਉਹਨਾਂ ਦੇ ਪਿਤਰੀ ਸੂਬਿਆਂ 'ਚ ਭੇਜਣ ਦੇ ਕੰਮ 'ਚ ਤੇਜ਼ੀ ਲਿਆਉਣ। ਸੂਬਿਆਂ ਦੇ ਮੁੱਖ ਸਕੱਤਰਾਂ ਨੂੰ 11 ਮਈ ਨੂੰ ਲਿਖੀ ਇੱਕ ਚਿੱਠੀ ਦਾ ਹਵਾਲਾ ਦਿੰਦਿਆਂ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਪ੍ਰਵਾਸੀ ਮਜ਼ਦੂਰ ਪੈਦਲ ਚੱਲਦਿਆਂ ਸੜਕਾਂ ਤੇ ਰੇਲਵੇ ਲਾਈਨਾਂ ਤੋਂ ਹੋ ਕੇ ਇੱਕ ਸੂਬੇ ਤੋਂ ਦੂਜੇ ਸੂਬੇ ਵੱਲ ਨੂੰ ਨਾ ਜਾਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਨੋਟਿਸ ਵਿੱਚ ਆਏ ਨੇ ਕਿ ਪ੍ਰਵਾਸੀ ਮਜ਼ਦੂਰ ਆਪਣੇ ਪਿਤਰੀ ਸੂਬਿਆਂ ਨੂੰ ਪਰਤਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟਰੱਕਾਂ ਰਾਹੀਂ ਜਾ ਰਹੇ ਨੇ ਅਤੇ ਸੜਕਾਂ ਅਤੇ ਰੇਲਵੇ ਲਾਈਨਾਂ ਤੋਂ ਲੰਘ ਰਹੇ ਨੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਜਾਂ ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਰਾਹੀਂ ਹੀ ਭੇਜਣ ਦੇ ਬੰਦੋਬਸਤ ਕੀਤੇ ਜਾਣੇ ਚਾਹੀਦੇ ਨੇ ਅਤੇ ਉਦੋਂ ਤੱਕ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਸੜਕਾਂ ਤੇ ਰੇਲਵੇ ਲਾਈਨਾਂ ਤੋਂ ਹੋ ਕੇ ਆਪਣੇ ਪਿਤਰੀ ਸੂਬਿਆਂ ਨੂੰ ਜਾਣ ਤੋਂ ਰੋਕਿਆ ਜਾਵੇ ਅਤੇ ਉਹਨਾਂ ਨੂੰ ਨੇੜਲੇ ਰਹਿਣ ਬਸੇਰਿਆਂ 'ਚ ਲਿਜਾਇਆ ਜਾਵੇ ਜਿੱਥੇ ਉਹਨਾਂ ਦੇ ਭੋਜਨ ਪਾਣੀ ਅਤੇ ਰਹਿਣ ਦਾ ਉਦੋਂ ਤੱਕ ਪ੍ਰਬੰਧ ਕੀਤਾ ਜਾਵੇ ਜਦੋਂ ਤੱਕ ਉਹਨਾਂ ਨੂੰ ਆਪਣੇ ਪਿਤਰੀ ਸੂਬਿਆਂ ਤੱਕ ਭੇਜਣ ਲਈ ਬੱਸਾਂ ਤੇ ਰੇਲ ਗੱਡੀਆਂ ਦਾ ਪ੍ਰਬੰਧ ਨਹੀਂ ਹੋ ਜਾਂਦਾ। ਕੋਵਿਡ-19 ਮਹਾਮਾਰੀ ਦੇ ਮਰੀਜ਼ਾਂ ਦੇ ਵੱਡੀ ਗਿਣਤੀ 'ਚ ਸਿਹਤਯਾਬ ਹੋਣ ਦੀਆਂ ਖਬਰਾਂ ਨਾਲ ਪੰਜਾਬ ਦੇ ਲੋਕਾਂ 'ਚ ਇਸ ਮਹਾਮਾਰੀ ਦਾ ਡਰ ਘਟਣਾ ਸ਼ੁਰੂ ਹੋ ਗਿਆ ਹੈ। ਕੱਲ੍ਹ ਅੰਮ੍ਰਿਤਸਰ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਤੋਂ ਵੀ ਚੰਗੀ ਖਬਰ ਆਈ ਹੈ। ਗੁਰਦਾਸਪੁਰ 'ਚ 122 ਕਰੋਨਾ ਮਰੀਜ਼ਾਂ ਵਿੱਚੋਂ 116 ਮਰੀਜ਼ਾਂ ਦੀ ਦੂਜੀ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। 6 ਮਰੀਜ਼ਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਜਦਕਿ ਇੱਕ ਮਰੀਜ਼ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਉਹਨਾਂ ਨੂੰ 7 ਦਿਨਾਂ ਲਈ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੇਘਰਾਂ ਨੂੰ ਘਰ ਬਣਾਉਣ ਲਈ ਦਿੱਤੀ ਜਾ ਰਹੀ ਆਰਥਿਕ ਮਦਦ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਇਹ ਮਕਾਨ ਬਣਾਉਣ ਲਈ ਲਾਭਪਾਤਰੀਆਂ ਨੂੰ 3 ਕਿਸ਼ਤਾਂ ਵਿੱਚ ਆਰਥਿਕ ਮਦਦ ਦਿੱਤੀ ਜਾਂਦੀ ਹੈ। ਲਾਕਡਾਊਨ ਕਾਰਨ ਮਕਾਨਾਂ ਦੀ ਉਸਾਰੀ ਦਾ ਕੰਮ ਰੁਕ ਗਿਆ ਸੀ ਤੇ ਸਰਕਾਰ ਵੱਲੋਂ ਉਸਾਰੀ ਦੇ ਕੰਮਾਂ ਦੀ ਮੁੜ ਤੋਂ ਇਜਾਜ਼ਤ ਦਿੱਤੇ ਜਾਣ ਲੋਕਾਂ ਨੇ ਮਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰੋਪੜ ਦੇ ਲਾਭਪਾਤਰੀ ਮਾਲਟਾ ਤੇ ਨਸੀਬ ਚੰਦ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਮਨਜ਼ੂਰ ਕੀਤੀ ਗਈ ਰਕਮ ਵਿੱਚੋਂ 2 ਕਿਸ਼ਤਾਂ ਮਿਲ ਚੁੱਕੀਆਂ ਨੇ ਤੇ ਉਹਨਾਂ ਨੇ ਉਸਾਰੀ ਦਾ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। सरकार का पहले गल सरकार का बहुत धन्यवाद करता जिस सरकार ने साढ़े गरीबों वास्ते बड़ी सहूलत दी फर्स्ट क्लास जी पहली किस्त आई थी मैंने नहीं बनाने वास्ते दी थी दूसरी किस्त मैं पूरा अद्धा मकान चक लिया जी हूँ तीजी 3 किस्त में पाने की बार लॉकडाउन लगे बीमारी किसी बीमारी कारण लॉकडाउन लगे थे बिच फिर मैडम अफसर आए थे बिच कहते तुम मकान पाया नहीं है वो कहते पहले मकान के पैसे पूरे ला लो तीजी किस्त बाद मिल जानी है। ਮੈਂ ਮੇਰਾ ਨਾਮ ਨਸੀਬ ਹੈ ਜੀ ਤੇ ਮੈਂ ਇੱਥੇ ਕੱਚੇ ਮਕਾਨ ਸੀ ਸਾਡੇ ਸਾਨੂੰ ਸਰਕਾਰ ਨੇ ਪੈਸੇ ਦਿੱਤੇ ਅਸੀਂ ਮਕਾਨ ਬਣਾ ਲਏ ਦੋ ਭਾਈਆਂ ਜੀ ਅਸੀਂ ਸਾਡੇ ਮਕਾਨ ਬਣਾਏ ਜੀ ਹੁਣ ਬੜਾ ਧੰਨਵਾਦ ਉਹਨਾਂ ਦਾ ਮਕਾਨ ਬਣਾਉਣ ਨੂੰ ਪੈਸੇ ਦਿੱਤੇ ਜੀ ਉਹਨਾਂ ਨੇ ਤੇ ਕਲਫੂ ਕਰਕੇ ਕੰਮ ਰੁਕ ਗਿਆ ਜੀ ਹੁਣ ਸਰਕਾਰ ਨੇ ਫਿਰ ਕਿਹਾ ਜੀ ਆਪਣੇ ਕੰਮ ਮੁਕੰਮਲ ਕਰੋ ਤੇ ਆਪਣਾ ਕੰਮ ਸ਼ੁਰੂ ਕਰੋ ਸਰਕਾਰ ਦਾ ਬੜਾ ਧੰਨਵਾਦ ਜੀ ਸ਼ੁਕਰੀਆ ਸਰਕਾਰ ਦਾ ਜਿਹਨੇ ਸਾਨੂੰ ਉਹ ਦਿੱਤਾ ਜੀ। ਜਲੰਧਰ ਵਿੱਚ ਵੀ ਰਾਹਤ ਪੈਕੇਜ ਦਾ ਗਰੀਬ ਵਰਗ ਦੇ ਲੋਕਾਂ ਕਿਸਾਨਾਂ ਛੋਟੇ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੇ ਸਵਾਗਤ ਕੀਤਾ ਹੈ ਅਤੇ ਇਸ ਪੈਕੇਜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਜਲੰਧਰ ਦੇ ਪਿੰਡ ਗਾਖਲਾ ਦੇ ਕਿਸਾਨਾਂ ਰਮੇਸ਼ ਗੁਰਦੇਵ ਸਿੰਘ ਅਤੇ ਗੁਰਬਚਨ ਸਿੰਘ ਨੇ ਸਰਕਾਰ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਰਮੇਸ਼ ਕੁਮਾਰ ਇੱਥੇ ਆਪਣੇ ਖੇਤਾਂ 'ਚ ਖੇਤੀ ਦਾ ਕੰਮ ਕਰਨਾ ਕੁਝ ਡੰਗਰ ਰੱਖੇ ਨੇ ਬਾਕੀ ਠੀਕ ਚੱਲੀ ਜਾਂਦਾ। ਮੋਦੀ ਸਾਹਿਬ ਬਹੁਤ ਖਿਆਲ ਰੱਖਦੇ ਆ ਜ਼ਿਮੀਂਦਾਰਾਂ ਦਾ ਜੀ। ਜਿਹੜੀ ਇਹਨਾਂ ਨੇ ਸਨਮਾਨ ਯੋਜਨਾ ਚਲਾਈ ਸੀ ਇੱਕ ਉਹਦੇ 'ਚ ਵੀ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਤੇ ਅੱਗੋਂ ਜਿੱਦਾਂ ਟਾਈਮ ਟੂ ਟਾਈਮ ਪੇਮੈਂਟ ਕਰਵਾ ਦਿੰਦੇ ਆ ਟਾਈਮ ਨਾਲ ਬਾਕੀ ਹਰ ਜ਼ਿਮੀਂਦਾਰ ਦਾ ਬਹੁਤ ਖਿਆਲ ਰੱਖਦੇ ਆ ਜੀ। ਇਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਦੇਣ ਨਾਲ ਥੋੜ੍ਹਾ ਜਿਹਾ ਜ਼ਿਮੀਂਦਾਰਾਂ ਦਾ ਹੋਰ ਖਿਆਲ ਰੱਖਣ। ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਜ਼ਿਮੀਂਦਾਰਾਂ ਦੀ ਆ ਡੰਗਰ ਵੱਛੇ ਤੋਂ ਬਚਾ ਕੇ ਰੱਖਣ। ਠੀਕ ਹੈ ਚਲੋ ਸਾਨੂੰ ਲੋਨ ਵੀ ਗਾਂਹ ਕਰਤਾ ਉਹਨਾਂ ਨੂੰ ਵੀ ਗਾਂਹ ਅੱਡ ਕੇ ਪੈਸੇ ਦਿਓ ਬਾਕੀ ਠੀਕ ਠਾਕ ਕਰਦੇ ਆ ਜੋ ਕਰਦੇ ਆ ਉਹ ਹੋਰ ਵੀ ਦਿੰਦੇ ਆ ਉਹ ਠੀਕ ਆ। ਹਾਂ 2 ਮਹੀਨੇ ਟਾਈਮ ਇਹ ਪਾਤਾ ਆ ਵੀ ਚਲ 2 ਮਹੀਨੇ ਅਟਕੇ ਦੇ ਦਿਓ ਆ ਧੰਨਵਾਦ ਜੀ ਧੰਨਵਾਦ ਬਹੁਤ ਸਰਕਾਰ ਦਾ ਧੰਨਵਾਦ ਆ। ਇਹ ਕਿਸਾਨ ਬੜੇ ਹੈਪੀ ਆ ਜਿਹੜੇ ਛੋਟੇ ਕਿਸਾਨ ਆ ਉਹ ਪੈਸੇ ਵੀ ਉਹਨਾਂ ਨੂੰ ਮਿਲਦੇ ਆ ਕਣਕ ਵੀ ਮਿਲੀ ਜਾਂਦੀ ਆ ਲੋਕ ਬੜੇ ਖੁਸ਼ ਆ। ਤਾਂ ਮੋਦੀ ਸਾਹਿਬ ਨੂੰ ਚਾਹੀਦਾ ਜਿਹੜੀਆਂ ਗਾਈਆਂ ਦੇਖੋ ਜੀ ਕਿੱਦਾਂ ਤਾਰਾਂ ਤੂਰਾਂ ਲਾਈਆਂ ਗਾਈਆਂ ਬਹੁਤ ਤੰਗ ਕਰਦੀਆਂ ਇਹਨਾਂ ਦਾ ਕੁਝ ਕਰਨਾ ਚਾਹੀਦਾ। ਰੇਹੜੀ ਲਗਾਉਣ ਵਾਲੇ ਧਰਮਵੀਰ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਪੈਕੇਜ ਨਾਲ ਗਰੀਬ ਲੋਕਾਂ ਦਾ ਕਾਰੋਬਾਰ ਮੁੜ ਤੋਂ ਲੀਹ ਤੇ ਆ ਸਕੇਗਾ। ਇਹ ਗਰੀਬ ਬੰਦੇ ਹੈਗੇ ਆ ਅਸੀਂ ਤਾਂ ਸਬਜ਼ੀਆਂ ਦਾ ਕੰਮ ਕਰਦੇ ਆ ਤਾਂ ਹੁਣ ਮਹੀਂ ਪੈਸੇ ਇਕੱਠੇ ਨਹੀਂ ਹੁੰਦੇ ਜੇਬ 'ਚ ਪੈਸਿਆਂ ਤੋਂ ਬੈਠੇ ਇੱਕ ਦੂਜੇ ਵੱਲ ਮੂੰਹ ਵੇਖ ਕੇ ਸਾਨੂੰ ਤਾਂ ਮਹੀਨਾ ਹੋ ਗਿਆ ਮਹੀਂ ਹੁਣ ਕੰਮ ਤੋਰਨ ਡੇ ਹੌਲੀ ਹੌਲੀ। ਰੇਹੜੀ ਵਾਲਿਆਂ ਨੂੰ ਮੋਦੀ ਸਰਕਾਰ ਕਰਜ਼ ਦੇਣ ਡਿਆ ਜੋ ਸਾਨੂੰ ਉਹਨਾਂ ਦਾ ਧੰਨਵਾਦ ਆ ਸਾਨੂੰ ਮਿਲ ਜਾਵੇ ਸ਼ੁਕਰੀਆ ਉਹਨਾਂ ਦਾ।
ਚਾਹ ਵੇਚਣ ਵਾਲੇ ਗੁਰਜੀਤ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ 10,000 ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਾਉਣ ਦੀ ਤਜਵੀਜ਼ ਨਾਲ ਪਿਛਲੇ 2 ਮਹੀਨਿਆਂ ਤੋਂ ਉਸ ਦਾ ਠੱਪ ਪਿਆ ਚਾਹ ਦਾ ਧੰਦਾ ਮੁੜ ਤੋਂ ਸ਼ੁਰੂ ਹੋ ਸਕੇਗਾ। ਤੋਂ ਵਪਾਰ ਜਿਹੜਾ ਸੀ ਜਿਹੜੇ ਦੁਕਾਨਦਾਰਾਂ ਦਾ ਛੋਟਿਆਂ ਦਾ ਉਹ ਬਿਲਕੁਲ ਖਤਮ ਹੋ ਚੁੱਕਾ ਹੈ। ਇਹਦੇ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨ ਵਾਸਤੇ ਵੀ ਗਵਰਨਮੈਂਟ ਨੇ ਜਿਹੜਾ ਉਪਰਾਲਾ ਕੀਤਾ ਹੈ ਉਹਦੇ ਵਾਸਤੇ ਸਾਨੂੰ 10,000 ਦਾ ਲੋਨ ਦੇਣ ਦੀ ਯੋਜਨਾ ਬਣਾਈ ਹੈ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।